ਹੋਪ ਗਲੋਬਲ ਟੀਵੀ ਦੇ ਸਾਰੇ ਹੀ ਦਰਸ਼ਕਾਂ ਦਾ ਗੁਰਵੇਲ ਸਿੰਘ ਵੱਲੋਂ ਪ੍ਰੋਗਰਾਮ ਗੁਰਮਤਿ ਵਿਚਾਰ ਵਿੱਚ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦੋਸਤੋ ਵੱਖ-ਵੱਖ ਗੁਰੂ ਸਾਹਿਬਾਨ ਦੇ ਜੀਵਨ ਤੇ ਵਿਚਾਰਾਂ ਕਰਦੇ ਹਾਂ ਅਤੇ ਗੁਰੂ ਸਾਹਿਬਾਨ ਦੇ ਜੀਵਨ ਤੋਂ ਮਿਲਦੀਆਂ ਸਿੱਖਿਆਵਾਂ ਜੋ ਉਹਨਾਂ ਨੂੰ ਅਸੀਂ ਕਿਵੇਂ ਆਪਣੇ ਜੀਵਨ 'ਚ ਧਾਰਨ ਕਰਕੇ ਜੀਵਨ ਨੂੰ ਬਦਲਣਾ ਹੈ, ਇਹ ਸਾਡੇ ਇਸ ਪ੍ਰੋਗਰਾਮ ਦੇ ਵਿਸ਼ੇ ਰਹਿੰਦੇ ਆ। ਅਤੇ ਹਰ ਵਾਰ ਵੀਰ ਹਰਪ੍ਰੀਤ ਸਿੰਘ ਜੀ ਸਾਡੇ ਨਾਲ ਹੁੰਦੇ ਨੇ ਅਤੇ ਅੱਜ ਅਸੀਂ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਜੀਵਨ ਅਤੇ ਵਿਚਾਰਾਂ ਦੀ ਸਾਂਝ ਕਰਨੀ ਹੈ। ਇਸ ਪ੍ਰੋਗਰਾਮ ਨੂੰ ਅਸੀਂ 2 ਭਾਗਾਂ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਗੁਰੂ ਸਾਹਿਬਾਂ ਦੇ ਜੀਵਨ 'ਤੇ ਵੱਧ ਤੋਂ ਵੱਧ ਵਿਚਾਰਾਂ ਹੋ ਸਕਣ। ਅਤੇ ਅੱਜ ਜੋ ਅਸੀਂ ਗੁਰੂ ਸਾਹਿਬਾਂ ਦੇ ਜੀਵਨ 'ਤੇ ਵਿਚਾਰ ਕਰਨੀ ਹੈ ਉਹ ਸਤਿਗੁਰਾਂ ਦੇ ਪ੍ਰਕਾਸ਼ ਤੋਂ ਲੈ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀਆਂ ਜੋ ਸੇਵਾਵਾਂ ਨੇ ਉਹਨਾਂ ਤੱਕ ਵਿਚਾਰ ਕੀਤੀ ਜਾ ਸਕੇ ਔਰ ਅਗਲਾ ਭਾਗ ਅਸੀਂ ਫਿਰ ਦੁਬਾਰਾ ਰਿਕਾਰਡ ਕਰਾਂਗੇ। ਸਿੱਖ ਇਤਿਹਾਸ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਸਰਦਾਰ ਗੁਰਸ਼ਰਨ ਸਿੰਘ ਜੀ, ਲਾਈਫ ਕੋਚ ਐਂਡ ਬਿਜ਼ਨਸ ਕੰਸਲਟੈਂਟ, ਸੈਕਟਰ 79, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ, ਪੰਜਾਬ ਨੇ। ਅਤੇ ਆਪ ਜੀ ਨੇ ਇਹ ਪ੍ਰੋਗਰਾਮ ਪੂਰਾ ਸੁਣਨਾ ਹੈ। ਉਸ ਦੇ ਨਾਲ ਹੀ ਸਾਡੇ ਇਸ ਚੈਨਲ ਨੂੰ YouTube ਤੇ ਡੇਲੀ ਮੋਸ਼ਨ ਤੇ ਔਰ Facebook ਤੇ ਵੀ ਜਾ ਕੇ ਆਪ ਜੀ ਨੇ ਲਾਈਕ ਸਬਸਕ੍ਰਾਈਬ ਕਰ ਦੇਣਾ ਹੈ। ਵੀਡੀਓ ਨੂੰ ਵੱਧ ਤੋਂ ਵੱਧ ਆਪ ਜੀ ਨੇ ਸ਼ੇਅਰ ਵੀ ਕਰਨਾ ਹੈ। ਔਰ ਇਸ ਦੇ ਨਾਲ ਹੀ ਆਓ ਹੁਣ ਕਰਦੇ ਹਾਂ ਅਸੀਂ ਗੁਰਮਤਿ ਵਿਚਾਰਾਂ ਦੀ ਸਾਂਝ। ਵੀਰ ਹਰਪ੍ਰੀਤ ਸਿੰਘ ਜੀ, ਪ੍ਰੋਗਰਾਮ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਪਿਆਰੇ ਦਰਸ਼ਕਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਤੋਂ ਫਿਰ ਸਵਾਗਤ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੜੀ ਕਿਰਪਾ ਅਤੇ ਰਹਿਮਤ ਹੋਈ ਹੈ, ਬਖਸ਼ਿਸ਼ ਹੋਈ ਹੈ ਕਿ ਅਸੀਂ ਦੁਬਾਰਾ ਫਿਰ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਜੀਵਨ 'ਤੇ ਵਿਚਾਰਾਂ ਕਰਨ ਲਈ ਜੁੜੇ ਹਾਂ। ਅਤੇ ਗੁਰਬਾਣੀ 'ਚ ਲਿਖਿਆ ਹੈ ਕਿ ਅਗਰ ਇੱਕ ਅੱਖਰ ਵੀ ਸਾਡੇ ਮਨ ਵਿੱਚ ਵਸ ਜਾਵੇ ਗੁਰਬਾਣੀ ਦਾ ਤਾਂ ਉਹ ਸਾਡਾ ਜੀਵਨ ਪਲਟਾ ਸਕਦੀ ਹੈ। ਗੁਰਬਾਣੀ ਦੀ ਤੁਕ ਲਿਖੀ ਹੋਈ ਹੈ, ਆਇਓ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਅਤੇ ਸ਼ਾਇਦ ਇਹਨਾਂ ਵਿਚਾਰਾਂ 'ਚੋਂ ਇੱਕ ਅੱਧੀ ਵਿਚਾਰ ਜੇ ਸਾਡੇ ਮਨ ਵਿੱਚ ਵਸ ਜਾਏ ਸਾਡਾ ਜੀਵਨ ਪਲਟਾ ਖਾ ਸਕਦਾ ਹੈ। ਤਾਂ ਆਓ ਗੁਰੂ ਰਾਮਦਾਸ ਜੀ ਦੇ ਜੀਵਨ 'ਤੇ ਵਿਚਾਰਾਂ ਕਰਦੇ ਹਾਂ। ਗੁਰੂ ਰਾਮਦਾਸ ਸਾਹਿਬ ਜੀ ਦੇ ਬਾਰੇ 'ਚ ਬਹੁਤ ਹੀ ਪਿਆਰੀਆਂ ਰੱਬੀ ਤੁਕਾਂ ਨੇ ਜਿਹੜੀਆਂ ਉਹ ਭੱਟ ਸਾਹਿਬਾਨ ਨੇ ਲਿਖੀਆਂ ਨੇ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਗੁਰੂ ਰਾਮਦਾਸ ਸਾਹਿਬ ਜੀ ਦੀ ਸ਼ਰਨ, ਉਹਨਾਂ ਦੀ ਮਿਹਰ ਦੇ ਪਾਤਰ ਬਣਨਾ, ਉਹਨਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ 'ਚ ਧਾਰਨ ਕਰਨਾ ਔਰ ਗੁਰੂ ਸਾਹਿਬਾਂ ਨੇ ਜਿਸ ਤਰ੍ਹਾਂ ਦੇ ਆਦਰਸ਼ਕ ਮਨੁੱਖ ਦੀ ਸਿਰਜਣਾ ਕੀਤੀ ਸੀ ਉਸ ਤਰ੍ਹਾਂ ਦੇ ਆਦਰਸ਼ਕ ਮਨੁੱਖ ਉਹਨਾਂ ਦੇ ਜੀਵਨ ਤੋਂ ਸਿੱਖਿਆਵਾਂ ਲੈ ਕੇ ਬਣਨਾ, ਇਹੀ ਇਸ ਪ੍ਰੋਗਰਾਮ ਦਾ ਏਮ ਹੈ, ਇਹੀ ਮਕਸਦ ਹੈ। ਔਰ ਇਸੇ ਲਈ ਇਹ ਪ੍ਰੋਗਰਾਮ ਆਪ ਜੀ ਦੇ ਰੂਬਰੂ ਹੈ। ਅਤੇ ਅਸੀਂ ਹੁਣ ਕਰਦੇ ਹਾਂ ਵਿਚਾਰਾਂ ਦਾ ਸਿਲਸਿਲਾ ਸ਼ੁਰੂ। ਸਭ ਤੋਂ ਪਹਿਲਾਂ ਤਾਂ ਉਹ ਧੰਨ ਨੇ ਮਾਤਾ ਪਿਤਾ ਜਿਨ੍ਹਾਂ ਦੇ ਘਰ ਇਹ ਰੱਬੀ ਰੂਹ ਦਾ ਪ੍ਰਕਾਸ਼ ਹੋਇਆ। ਅਤੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਦੋਂ ਅਤੇ ਕਿੱਥੇ ਹੋਇਆ, ਉਹਨਾਂ ਦਾ ਬਚਪਨ ਕਿਸ ਤਰੀਕੇ ਦੇ ਨਾਲ ਬੀਤਿਆ, ਇਹ ਸੰਗਤਾਂ ਦੇ ਨਾਲ ਸਾਂਝਾ। ਬਿਲਕੁਲ ਜ਼ਰੂਰ ਮੈਂ ਦਰਸ਼ਕਾਂ ਨੂੰ ਗੁਰਬਾਣੀ ਦੀ ਤੁਕ ਤੋਂ ਹੀ ਸ਼ੁਰੂਆਤ ਕਰਨਾ ਚਾਹਾਂਗਾ ਅਤੇ ਦਰਸ਼ਕਾਂ ਨੂੰ ਇਹ ਜਾਣਕਾਰੀ ਵੀ ਦੇਣਾ ਚਾਹਾਂਗਾ ਕਿ ਗੁਰਬਾਣੀ 'ਚ ਲਿਖਿਆ ਹੈ ਕਿ ਧੰਨ ਸੋ ਵੰਸ, ਧੰਨ ਸੋ ਪਿਤਾ, ਧੰਨ ਸੋ ਮਾਤਾ, ਜਿਨ ਜਨ ਜਣੇ। ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਿਤਾ ਧੰਨ ਸਨ, ਮਾਤਾ ਜੀ ਧੰਨ ਸਨ ਔਰ ਉਹਨਾਂ ਮਹਾਂਪੁਰਖਾਂ ਸੰਤਾਂ ਗੁਰੂਆਂ ਦੇ ਮਾਂ-ਬਾਪ ਧੰਨ ਹਨ ਜਿਨ੍ਹਾਂ ਨੇ ਇਹੋ ਜਿਹੇ ਗੁਰੂ, ਇਹੋ ਜਿਹੇ ਸੰਤ, ਇਹੋ ਜਿਹੇ ਮਹਾਂਪੁਰਖ ਪੈਦਾ ਕਰਕੇ ਪੂਰੀ ਸ੍ਰਿਸ਼ਟੀ ਨੂੰ ਹੀ ਪਰਮਾਤਮਾ ਦੇ ਨਾਲ ਜੋੜ ਦਿੱਤਾ। ਸੋ ਤਾਰਨ ਤਰਨ, ਸੋਢੀ ਸੁਲਤਾਨ, ਚੌਥੀ ਗੁਰੂ ਨਾਨਕ ਦੀ ਜੋਤ, ਜਿਨ੍ਹਾਂ ਨੂੰ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਕਿਹਾ ਜਾਂਦਾ ਹੈ, ਇਹਨਾਂ ਦੇ ਜੀਵਨ ਬਾਰੇ ਵਿਚਾਰਾਂ ਕਰਦੇ ਹਾਂ। ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦਾ ਜੋ ਜਨਮ ਹੈ ਮੇਰੇ ਵੀਰ ਗੁਰਵੇਲ ਸਿੰਘ ਜੀ, ਦਰਸ਼ਕਾਂ ਤੱਕ ਇਹ ਜ਼ਰੂਰ ਜਾਣਕਾਰੀ ਪਹੁੰਚਣੀ ਚਾਹੀਦੀ ਹੈ ਕਿ ਗੁਰੂ ਸਾਹਿਬਾਂ ਦਾ ਜਨਮ 24 ਸਤੰਬਰ 1534 ਈਸਵੀ ਨੂੰ ਲਾਹੌਰ, ਪਾਕਿਸਤਾਨ ਵਿੱਚ ਹੁੰਦਾ ਹੈ ਜੀ। ਔਰ ਲਾਹੌਰ ਦਾ ਸ਼ਹਿਰ, ਉੱਥੇ ਇੱਕ ਬਾਜ਼ਾਰ ਹੈ ਜਿਸ ਦਾ ਨਾਮ ਹੈ ਚੂਨਾ ਮੰਡੀ, ਅਤੇ ਚੂਨਾ ਮੰਡੀ ਦੇ ਸਥਾਨ 'ਤੇ ਇਹਨਾਂ ਦਾ ਜਨਮ ਹੁੰਦਾ ਹੈ। ਔਰ ਗੁਰੂ ਰਾਮਦਾਸ ਜੀ ਦਾ ਜੋ ਪਹਿਲਾ ਨਾਮ ਸੀਗਾ, ਬਚਪਨ ਦਾ ਨਾਮ ਸੀ, ਉਹ ਸੀ ਜੇਠਾ।
ਕਿਉਂਕਿ ਉਸ ਵੇਲੇ ਜੋ ਛੋਟਾ ਬੱਚਾ ਹੁੰਦਾ ਸੀ ਨਾ, ਉਹਦਾ ਪਹਿਲਾ ਨਾਮ ਜੇਠਾ ਰੱਖ ਦਿੰਦੇ ਹੁੰਦੇ ਸੀ। ਜੇਠੇ ਦਾ ਮਤਲਬ ਵੱਡਾ ਬੱਚਾ। ਜੀ ਜੀ। ਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਸੀਗਾ ਹਰਦਾਸ ਜੀ, ਔਰ ਮਾਤਾ ਜੀ ਸਨ ਦਇਆ ਕੌਰ ਜੀ। ਔਰ ਇਹਨਾਂ ਦੇ ਘਰ ਜੋ ਭਾਈ ਜੇਠਾ ਜੀ ਜਨਮ ਲੈਂਦੇ ਹਨ, ਇਹਨਾਂ ਦੇ ਵਿਆਹ ਤੋਂ 12 ਸਾਲ ਬਾਅਦ ਇਹਨਾਂ ਦਾ ਜਨਮ ਹੁੰਦਾ ਹੈ। ਔਰ ਬਚਪਨ ਤੋਂ ਹੀ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਧਾਰਮਿਕ ਬਿਰਤੀ ਦੇ ਸਨ। ਸੋਢੀ ਵੰਸ਼ ਸੀਗੀ, ਸੋਢੀ ਖੱਤਰੀ ਜਾਤ ਕਿਹਾ ਜਾਂਦਾ ਹੈ। ਅਤੇ ਬਚਪਨ ਤੋਂ ਹੀ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ, ਜਿਨ੍ਹਾਂ ਨੂੰ ਜੇਠਾ ਜੀ ਕਿਹਾ ਜਾਂਦਾ ਸੀ, ਭਜਨ ਬੰਦਗੀ, ਸਿਮਰਨ ਅਤੇ ਸੰਤ ਸਰੂਪ ਵਾਲੇ ਸਨ ਜੀ। ਔਰ ਬਚਪਨ ਤੋਂ ਹੀ ਇਹਨਾਂ ਦੇ ਜੀਵਨ ਵਿੱਚ ਅਨੋਖੀਆਂ ਘਟਨਾਵਾਂ ਘਟਣੀਆਂ ਸ਼ੁਰੂ ਹੋਈਆਂ। ਸਭ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਗੁਰੂ ਰਾਮਦਾਸ ਜੀ ਦੇ ਜੀਵਨ 'ਚ ਅਨੇਕਾਂ ਸਮੱਸਿਆਵਾਂ, ਅਨੇਕਾਂ ਘਟਨਾਵਾਂ, ਅਨੇਕੀਆਂ ਮੁਸੀਬਤਾਂ ਆਈਆਂ, ਪਰ ਗੁਰੂ ਸਾਹਿਬਾਂ ਨੇ ਕਦੇ ਵੀ ਆਪਣਾ ਆਤਮ ਬਲ ਜਿਹੜਾ ਘੱਟ ਨਹੀਂ ਕੀਤਾ। ਗੁਰੂ ਸਾਹਿਬਾਂ ਨੇ ਗੁਰਬਾਣੀ 'ਚ ਸਗੋਂ ਇਹ ਲਿਖਿਆ ਹੈ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਸਤਿਗੁਰ ਸੰਗ ਕੀਰੇ ਹਮ ਥਾਪੇ। ਔਰ ਇਹੀ ਜੋ ਗੁਰੂ ਰਾਮਦਾਸ ਜਿਹੜੇ ਭਾਈ ਜੇਠਾ ਜੀ ਸੀ, ਜਿਨ੍ਹਾਂ ਨੇ ਅਨੇਕਾਂ ਮੁਸੀਬਤਾਂ ਝੱਲੀਆਂ, ਇਹ ਅਖੀਰ 'ਤੇ ਬੈਠਾ ਸੋਢੀ ਪਾਤਸ਼ਾਹ ਬਣ ਕੇ ਸਾਡੇ ਸਾਰਿਆਂ ਦੇ ਸਾਹਮਣੇ ਆਉਂਦੇ ਹਨ। ਔਰ ਮੈਂ ਸਮੱਸਿਆਵਾਂ ਦੀ ਗੱਲ ਜੋ ਦੱਸਣਾ ਚਾਹੁੰਦਾ ਹਾਂ ਕਿ ਗੁਰੂ ਜੀ ਦਾ ਜਿਹੜਾ ਪਹਿਲਾ ਨਾਮ ਭਾਈ ਜੇਠਾ, ਔਰ 4-5 ਸਾਲ ਦੀ ਉਮਰ ਵਿੱਚ ਹੀ ਇਹਨਾਂ ਦੇ ਪਿਤਾ ਜੀ ਗੁਜ਼ਰ ਜਾਂਦੇ ਹਨ ਜੀ। ਔਰ 6 ਸਾਲ ਦੀ ਉਮਰ 'ਚ ਇਹਨਾਂ ਦੀ ਮਾਤਾ ਜੀ ਵੀ ਸਵਰਗ ਸਿਧਾਰ ਜਾਂਦੇ ਹਨ। ਔਰ ਇਹਨਾਂ ਦੀ ਜੋ ਨਾਨੀ ਸੀ, ਜੋ ਗੋਇੰਦਵਾਲ ਸਾਹਿਬ ਰਹਿੰਦੇ ਸਨ, ਉਹ ਬਾਸਰ ਕੇ ਰਹਿੰਦੇ ਸਨ। ਉਹ ਨਾਨੀ ਨੂੰ ਜਦੋਂ ਇਹ ਪਤਾ ਚੱਲਿਆ ਕਿ ਇੰਨੀਆਂ ਮੁਸੀਬਤਾਂ ਵਿੱਚ ਭਾਈ ਜੇਠਾ ਅਤੇ ਉਸ ਦਾ ਪਰਿਵਾਰ ਹੈ, ਅਤੇ ਨਾਨੀ ਜੀ ਨੇ ਜਾ ਕੇ ਲਾਹੌਰ ਤੋਂ ਭਾਈ ਜੇਠਾ ਜੀ ਨੂੰ ਆਪਣੇ ਨਾਲ ਲਿਆਂਦਾ ਅਤੇ ਬਾਸਰ ਕੇ ਆ ਕੇ ਵਸ ਗਏ ਜੀ। ਬਾਸਰ ਕੇ ਆ ਕੇ ਨਾਨੀ ਜੀ ਨੇ ਉਹਨਾਂ ਦੀ ਸੇਵਾ ਸੰਭਾਲ ਪਰਵਰਿਸ਼ ਕੀਤੀ। ਕਿਸੇ ਬੱਚੇ ਦਾ ਅਗਰ ਮਾਂ-ਬਾਪ ਗੁਜ਼ਰ ਜਾਏ ਤਾਂ ਅਸੀਂ ਉਸ ਨੂੰ ਕਹਿੰਦੇ ਹਾਂ ਯਤੀਮ। ਲੋਕਾਂ ਨੇ ਯਤੀਮ ਕਹਿਣਾ ਸ਼ੁਰੂ ਕਰ ਦਿੱਤਾ, ਅਨਾਥ ਕਹਿਣਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਗਰੀਬੀ ਵੀ ਬਹੁਤ ਸੀ ਔਰ ਖਾਣ ਲਈ ਵੀ ਕੁਝ ਨਹੀਂ ਸੀ। ਨਾਨੀ ਜਦੋਂ ਉਹਨਾਂ ਨੂੰ ਬਾਸਰ ਕੇ ਲੈ ਕੇ ਆਉਂਦੀ ਹੈ, ਉਹਨਾਂ ਦੇ 2-3 ਭੈਣ ਭਰਾਵਾਂ ਦੇ ਨਾਲ, ਅਤੇ ਬਾਸਰ ਕੇ ਦੇ ਵਿੱਚ ਵੀ ਨਾਨਾ ਨਾਨੀ ਜੀ ਨੇ ਉਹਨਾਂ ਦੀ ਪਰਵਰਿਸ਼ ਕੀਤੀ। ਉੱਥੇ ਵੀ ਗਰੀਬੀ ਬਹੁਤ ਸੀ, ਅਤੇ ਸਾਹਿਬ ਸ਼੍ਰੀ ਗੁਰੂ ਰਾਮਦਾਸ, ਜਿਨ੍ਹਾਂ ਨੂੰ ਜੇਠਾ ਜੀ ਕਿਹਾ ਜਾਂਦਾ ਹੈ, ਘੁੰਗਣੀਆਂ ਵੇਚ ਕੇ, ਕਾਲੇ ਛੋਲੇ ਵੇਚ ਕੇ, ਕਾਲੇ ਚਣੇ ਵੇਚ ਕੇ ਘਰ ਦਾ ਗੁਜ਼ਾਰਾ ਕਰਿਆ ਕਰਦੇ ਸੀ। ਹਾਂ, ਹੁਣ ਸੰਗਤ ਜੀ ਇੱਥੇ ਦੇਖੋ, ਦੇਖਣ ਵਾਲੀਆਂ 2 ਚੀਜ਼ਾਂ ਬੜੀਆਂ ਵੱਡੀਆਂ ਆਉਂਦੀਆਂ, ਕਿਉਂਕਿ ਅਸੀਂ ਜੇਕਰ ਸਾਈਕੋਲੋਜੀਕਲੀ ਇਸ ਚੀਜ਼ ਨੂੰ ਦੇਖੀਏ ਤਾਂ ਛੋਟਾ ਬੱਚਾ ਹੈ, ਉਹਦਾ ਮਨ ਬਹੁਤ ਕੋਮਲ ਹੁੰਦਾ ਹੈ, ਪਰੰਤੂ ਇਤਨੇ ਕੋਮਲ ਮਨ ਦੇ ਉੱਪਰ ਜਦੋਂ ਕੋਈ ਅਨਾਥ ਦਾ ਲੈਵਲ ਲਾਉਂਦਾ ਹੈ ਤੇ ਉਸ ਬੱਚੇ ਦੇ ਉੱਪਰ ਜੋ ਬੀਤਦੀ ਹੈ ਉਸੇ ਬੱਚੇ ਨੂੰ ਪਤਾ ਹੁੰਦਾ ਹੈ। ਸੈਕੰਡ ਥਿੰਗ ਜਿਹੜੀ ਇਹਦੇ ਵਿੱਚੋਂ ਸਾਹਮਣੇ ਆਉਂਦੀ ਹੈ ਉਹ ਇਹ ਆਉਂਦੀ ਹੈ ਕਿ ਜਦ ਛੋਟੇ ਜਿਹੇ ਭਾਈ ਜੇਠਾ ਜੀ ਘੁੰਗਣੀਆਂ ਵੇਚਦੇ ਹੋਣਗੇ, ਕੋਈ ਆਂਦਾ ਹੋਵੇਗਾ ਘੁੰਗਣੀਆਂ ਕੱਚੀਆਂ ਕਹਿ ਕੇ ਛੱਡ ਕੇ ਤੁਰ ਜਾਂਦਾ ਹੋਏਗਾ, ਕੋਈ ਆਂਦਾ ਹੋਏਗਾ ਘੁੰਗਣੀਆਂ ਬਹੀਆਂ ਕਹਿ ਕੇ ਬਾਲਕ ਦਾ ਇਹ ਮਨ ਤੋੜ ਜਾਂਦਾ ਹੋਏਗਾ। ਔਰ ਵਾਕਿਆ ਹੀ ਕਿੰਨੀ ਵੱਡੀ ਉਹ ਟੈਨਸ਼ਨ ਹੋਏਗੀ ਕਿ ਇੱਕ ਛੋਟੇ ਜਿਹੇ ਬਾਲ ਨੂੰ ਇਸ ਚੀਜ਼ ਦਾ ਫਿਕਰ ਹੁੰਦਾ ਹੋਵੇਗਾ ਕਿ ਜੇਕਰ ਅੱਜ ਘੁੰਗਣੀਆਂ ਨਾ ਵਿਕੀਆਂ ਤੇ ਸਾਰਾ ਪਰਿਵਾਰ ਰਾਤ ਭੁੱਖਾ ਸੌਵੇਗਾ, ਕਿੰਨੀ ਚਿੰਤਾ ਹੁੰਦੀ ਹੋਏਗੀ। ਪਰ ਉਸੇ ਹੀ ਬਾਲਕ ਤੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਉਦੋਂ ਦੇਖੋ ਫਿਰ ਉਸੇ ਦੇ ਹੀ ਦਰਸ਼ਨ ਦਿਦਾਰਿਆਂ ਲਈ ਸਮੁੱਚਾ ਵਰਲਡ ਅਰਦਾਸ ਕਰਦਾ ਹੈ ਕਿ ਸਾਨੂੰ ਗੁਰੂ ਰਾਮਦਾਸ ਜੀ ਦੇ ਦਰ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਦਾ ਸੁਭਾਗ ਮਿਲੇ। ਔਰ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਜਾਣਾ ਜਿਹੜਾ ਇਹ ਹਰ ਕੋਈ ਚਾਹੁੰਦਾ ਵਾ ਕਿ ਸਤਿਗੁਰਾਂ ਦੇ ਨਾਲ। ਇਹ ਤੁਸੀਂ ਹੁਣ ਸਤਿਗੁਰਾਂ ਦੇ ਬਚਪਨ ਦੇ ਬਾਰੇ 'ਚ ਤੇ ਦੱਸ ਦਿੱਤਾ ਕਿ ਉਹਨਾਂ ਦੇ ਕਿਸ ਤਰ੍ਹਾਂ ਬਚਪਨ ਬੀਤਿਆ। ਹੁਣ ਇਸ ਬਚਪਨ ਤੋਂ ਬਾਅਦ ਉਹ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਨੇ। ਸਤਿਗੁਰਾਂ ਦੇ ਕੋਲ ਗੁਰੂ ਅਮਰਦਾਸ ਸਾਹਿਬ ਜੀ ਦੀ ਇਹ ਕਿਰਪਾ ਜੋ ਉਹਨਾਂ ਨੇ ਆਪਣੀ ਬਾਣੀ 'ਚ ਵੀ ਕਿਹਾ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਹਰ ਜਾਨੋ ਤੁਮ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਉਹ ਜਿਹੜੇ ਗੁਰੂ ਨੇ ਕੀਰਿਆਂ ਨੂੰ ਪਾਤਸ਼ਾਹੀ ਦੇ ਦਿੱਤੀ, ਜੋ ਇੰਨੇ ਮਹਾਨ ਕਰ ਦਿੱਤਾ, ਉਹ ਕਿਵੇਂ ਹੋਇਆ? ਬਿਲਕੁਲ ਜੀ, ਇਹ ਬਖਸ਼ਿਸ਼ ਜਿਹੜੀ ਗੁਰੂ ਅਮਰਦਾਸ ਜੀ ਨੇ ਕੀਤੀ, ਇਹ ਬਖਸ਼ਿਸ਼ ਤੋਂ ਪਹਿਲਾਂ ਥੋੜ੍ਹੀਆਂ ਜੀਆਂ ਜਿਹੜੀਆਂ ਹੋਰ ਸਮੱਸਿਆਵਾਂ ਗੁਰੂ ਜੀ ਨੂੰ ਆਈਆਂ, ਉਹ ਮੈਂ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ ਕਿ ਨਾਨਾ ਨਾਨੀ ਜੀ ਕੋਲ ਆ ਕੇ ਰੋਜ਼ਾਨਾ ਘੁੰਗਣੀਆਂ ਵੇਚਣੀਆਂ
ਕਾਲੇ ਚਣੇ ਵਿੱਚ ਨੇ, ਉਹਨਾਂ ਤੋਂ ਪੈਸਾ ਜੇ ਮਿਲ ਗਿਆ ਤੇ ਠੀਕ, ਨਹੀਂ ਤਾਂ ਉਸੇ ਹੀ ਪੈਸੇ, ਉਸੇ ਹੀ ਧਨ ਦੌਲਤ ਵਿੱਚ ਉਹਨਾਂ ਦਾ ਗੁਜ਼ਾਰਾ ਕਰਨਾ ਜੀ। ਔਰ ਇੱਥੇ ਗੁਰੂ ਸਾਹਿਬਾਂ ਦੀ ਜੋ ਮੁੱਢ ਵੱਜਿਆ ਸਬਰ, ਸੰਤੋਖ ਤੇ ਦ੍ਰਿੜਤਾ ਦਾ, ਉਹ ਨਾਨੀ ਜੀ ਦੀ ਪਰਵਰਿਸ਼ ਦੇ ਨਾਲ ਹੀ ਵੱਜਿਆ ਸੀ। ਤੇ ਲਗਭਗ 12 ਸਾਲ ਜਿਹੜੇ ਨਾਨੀ ਜੀ ਸਨ ਉਹਨਾਂ ਦੇ ਨਾਲ ਰਹਿੰਦੇ ਹਨ। ਔਰ ਗੋਇੰਦਵਾਲ ਸਾਹਿਬ ਆ ਕੇ, ਕਿਉਂਕਿ ਨਾਨੀ ਜੀ ਜਿਹੜੇ ਸਨ ਇਹਨਾਂ ਦੇ ਭਾਈ ਜੇਠਾ ਜੀ ਦੇ, ਇਹ ਗੋਇੰਦਵਾਲ ਸਾਹਿਬ ਜਾਇਆ ਕਰਦੇ ਸਨ ਅਤੇ ਗੋਇੰਦਵਾਲ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦੀ ਕਿਰਪਾ, ਰਹਿਮਤ, ਬਖਸ਼ਿਸ਼ ਵੀ ਪ੍ਰਾਪਤ ਕਰਦੇ ਸਨ ਅਤੇ ਆਪਣੇ ਦੋਹਤਿਆਂ ਨੂੰ ਇਹ ਗੁਰੂ ਅਮਰਦਾਸ ਜੀ ਦੇ ਕੋਲ ਲੈ ਕੇ ਗਏ। ਉੱਥੇ ਜਦੋਂ ਪਹਿਲੀ ਵਾਰ ਗੁਰੂ ਰਾਮਦਾਸ ਜੀ ਭਾਈ ਜੇਠਾ ਜੀ ਨੇ ਦਰਸ਼ਨ ਕੀਤੇ ਤੇ ਇਹ ਤੇ ਉਹਨਾਂ ਦੇ ਹੀ ਹੋ ਗਏ। ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਰੂ ਅਮਰਦਾਸ ਜੀ ਦਾ ਜਿਹੜਾ ਦਰਬਾਰ ਸੀ ਉਹਦੇ ਬਾਹਰ ਘੁੰਗਣੀਆਂ ਵੇਚਦੇ, ਅਤੇ ਘੁੰਗਣੀਆਂ ਵੇਚਣ ਤੋਂ ਬਾਅਦ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਦੇ ਵਿੱਚ ਜਾ ਕੇ ਬਖਸ਼ੀਆਂ ਲੈਂਦੇ ਸਨ ਜੀ। ਉੱਥੇ ਵਿਚਾਰਾਂ ਸੁਣਦੇ ਸਨ, ਉੱਥੇ ਜਾ ਕੇ ਜੋ ਕੀਰਤਨ ਹੋ ਰਿਹਾ ਸੀ ਉਸ ਸੁਣਦੇ ਸਨ। ਅਤੇ ਇਹ ਪਕਿਆਈ ਜੋ ਬਚਪਨ ਵਿੱਚ ਹੋ ਰਹੀ ਸੀ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੀ, ਇਹ ਜੋ ਜਿਹੜਾ ਕਹਿ ਲਓ ਜੀ ਕਰੈਕਟਰ ਬਣ ਰਿਹਾ ਸੀ ਨਾ ਗੁਰੂ ਅਮਰਦਾਸ ਜੀ ਦੀ ਕਿਰਪਾ ਸਦਕਾ, ਇਹ ਆਉਣ ਵਾਲਾ ਸਮਾਂ ਦੱਸਦਾ ਸੀ ਕਿ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਕਿਵੇਂ ਚੌਥੇ ਗੁਰੂ ਬਣਨਗੇ ਜੀ। ਅਤੇ ਗੁਰੂ ਅਮਰਦਾਸ ਜੀ ਦੀ ਚਰਿੱਤਰ ਤੋਂ ਪ੍ਰਭਾਵਿਤ ਹੋ ਕੇ ਗੁਰੂ ਰਾਮਦਾਸ ਜੀ ਨੇ ਦਿਨ ਭਰ ਘੁੰਗਣੀਆਂ ਵੇਚਣੀਆਂ ਅਤੇ ਬਾਅਦ ਵਿੱਚ ਜਾ ਕੇ ਗੁਰੂ ਅਮਰਦਾਸ ਜੀ ਦੇ ਦਰਬਾਰ ਦੇ ਵਿੱਚ ਉੱਥੇ ਜਾ ਕੇ ਸੇਵਾ ਕਰਦੇ, ਲੰਗਰ ਦੀ ਸੇਵਾ ਕਰਦੇ, ਭਾਂਡਿਆਂ ਦੀ ਸੇਵਾ ਕਰਦੇ, ਆਈ ਹੋਈ ਸੰਗਤ ਦੇ ਜੋੜੇ ਝਾੜਦੇ ਸਨ। ਅਤੇ ਨਾਲ ਗੁਰੂ ਅਮਰਦਾਸ ਜੀ ਤੋਂ ਇਹ ਬਖਸ਼ਿਸ਼ ਲਈ ਸੀ ਕਿ ਗੁਰੂ ਜੀ ਮੇਰੇ ਜੀਵਨ 'ਚ ਸਮੱਸਿਆਵਾਂ ਬਹੁਤ ਹਨ ਅਤੇ ਤੁਸੀਂ ਕਿਰਪਾ ਕਰੋ। ਅਤੇ ਗੁਰੂ ਜੀ ਨੇ ਕਿਹਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਪੱਲਾ ਨਹੀਂ ਛੱਡਣਾ, ਯਾਦ ਨਹੀਂ ਛੱਡਣੀ। ਅਤੇ ਉਸ ਵਕਤ ਭਾਈ ਜੇਠਾ ਜੀ ਨੇ ਅਮਰਦਾਸ ਜੀ ਤੋਂ ਜੋ ਪਹਿਲਾਂ ਕਹਿੰਦੇ ਹਨ ਕਿ ਗੁਰੂ ਦੀ ਦੀਖਿਆ ਲਈ, ਉਹ ਇਹ ਲਈ ਕਿ ਗੁਰੂ ਦਾ ਪੱਲਾ, ਪ੍ਰਮਾਤਮਾ ਦਾ ਪੱਲਾ ਕਦੇ ਨਹੀਂ ਛੱਡਣਾ। ਅਤੇ ਹੁਣ ਜਦੋਂ ਗੁਰੂ ਅਮਰਦਾਸ ਜੀ ਤੋਂ ਉਹਨਾਂ ਨੇ ਸਿੱਖਿਆ ਲੈ ਲਈ ਅਤੇ ਉਹਨਾਂ ਨੇ ਹਰ ਵਕਤ ਗੁਰੂ 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 ਜਪਣਾ ਸ਼ੁਰੂ ਕਰ ਦਿੱਤਾ। ਜੇ ਕਿਰਤ ਕਰਦੇ ਸਨ ਗੁਰੂ ਗੁਰੂ ਕਰਦੇ, ਵਾਹਿਗੁਰੂ ਵਾਹਿਗੁਰੂ ਕਰਦੇ ਸਨ। ਜੇ ਸੇਵਾ ਕਰਦੇ ਸਨ ਅਤੇ ਵਾਹਿਗੁਰੂ ਵਾਹਿਗੁਰੂ ਕਰਦੇ ਸਨ। ਅਤੇ ਸੋ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਤੋਂ ਪਹਿਲੀ ਵਾਰੀ ਸਿੱਖਿਆ ਲੈ ਕੇ ਗੁਰੂ ਰਾਮਦਾਸ ਜੀ ਨੇ ਕਿਰਤ ਕਰਨੀ ਸ਼ੁਰੂ ਕੀਤੀ, ਆਪਣੇ ਜੀਵਨ ਨੂੰ ਅੱਗੇ ਤੋਰਿਆ। ਵਾਕਿਆ ਹੀ ਬਹੁਤ ਸੋਹਣਾ ਜਿਹੜਾ ਹੈ ਇਹ ਦੱਸਿਆ ਗਿਆ, ਕਿਉਂਕਿ ਇੱਕ ਚੀਜ਼ ਤੇ ਯਾਦ ਰੱਖੋ, ਪਾਣੀ ਪਾਣੀ ਕਹਿੰਦਿਆਂ ਕੋਈ ਪਾਣੀ ਨਹੀਂ ਬਣ ਸਕਦਾ, ਰੋਟੀ ਰੋਟੀ ਕਹਿੰਦਿਆਂ ਕੋਈ ਰੋਟੀ ਨਹੀਂ ਬਣ ਸਕਦਾ, ਹਵਾ ਹਵਾ ਕਹਿੰਦਿਆਂ ਹਵਾ ਨਹੀਂ ਬਣ ਸਕਦਾ, ਪਰੰਤੂ ਗੁਰੂ 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 ਕਰਦਿਆਂ ਕੋਈ ਗੁਰੂ ਦਾ ਰੂਪ ਬਣ ਸਕਦਾ ਹੈ। ਇਸ ਦੀ ਮਿਸਾਲ ਹੈ ਜਿਹੜੀ ਉਹ ਸਾਡੇ ਸਾਹਮਣੇ ਇਸ ਜਗ੍ਹਾ ਤੋਂ ਮਿਲਦੀ ਹੈ ਕਿ ਕਿਸ ਤਰ੍ਹਾਂ ਭਾਈ ਲਹਿਣਾ ਜੀ, ਮਾਫ ਕਰਨਾ, ਭਾਈ ਜੇਠਾ ਜੀ ਗੁਰੂ ਗੁਰੂ ਜਪਦਿਆਂ ਗੁਰੂ ਦਾ ਰੂਪ ਹੋ ਗਏ। ਔਰ ਦੂਸਰੀ ਗੱਲ ਆਉਂਦੀ ਹੈ, ਸੇਵਕ ਕਉ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ। ਗੁਰੂ ਸਾਹਿਬਾਂ ਨੇ ਇਹ ਜਿਹੜਾ ਸੀ ਸੇਵਾ ਕਰਦਿਆਂ ਹੋਇਆਂ ਪਰਮ ਪਦਵੀ ਪ੍ਰਾਪਤ ਕਰ ਲਈ। ਔਰ ਇਹ ਪਰਮ ਪਦਵੀ ਇੱਥੋਂ ਤੱਕ ਪਹੁੰਚ ਗਈ ਕਿ ਜਦੋਂ ਗੁਰੂ ਅਮਰਦਾਸ ਜੀ ਦੇ ਮਹਿਲ ਨੇ ਕਿਹਾ ਕਿ ਬੀਬੀ ਭਾਨੀ ਲਈ ਕੋਈ ਵਰ ਲੱਭੀਏ, ਤਾਂ ਉਸ ਵੇਲੇ ਇਹ ਹੋਇਆ ਕਿ ਇਹਨਾਂ ਵਰਗਾ ਹੋਰ ਕੋਈ ਨਹੀਂ। ਇਹ ਸਾਰਾ ਵਰ ਵਾਲੀ ਜਿਹੜੀ ਗੱਲ ਹੈ ਉਹ ਵੀ ਸੰਗਤਾਂ ਨਾਲ ਸਾਂਝੀ। ਬਿਲਕੁਲ ਜੀ। ਗੁਰੂ ਰਾਮਦਾਸ ਸਾਹਿਬ ਜਿਨ੍ਹਾਂ ਦਾ ਜੇਠਾ ਨਾਮ ਦੱਸਿਆ ਹੈ, ਇਹ ਗੁਰੂ ਅਮਰਦਾਸ ਜੀ ਦੇ ਦਰਬਾਰ ਦੇ ਬਾਹਰ ਜਦੋਂ ਘੁੰਗਣੀਆਂ ਵੇਚਦੇ ਸਨ ਤੇ ਗੁਰੂ ਗੁਰੂ ਕਰਦਿਆਂ ਜਦੋਂ ਗੁਰੂ ਦਾ ਹੀ ਰੂਪ ਹੋ ਗਏ ਤੇ ਇਹਨਾਂ ਦੀ ਸੇਵਾ, ਇਹਨਾਂ ਦਾ ਸਿਮਰਨ ਦੇਖ ਕੇ ਹਰ ਕੋਈ ਹੈਰਾਨ ਸੀ ਤੇ ਚੜ੍ਹਦੀਆਂ ਕਲਾ ਵਾਲਾ ਇਹਨਾਂ ਦਾ ਜੀਵਨ ਬਣ ਗਿਆ। ਚਿਹਰੇ 'ਤੇ ਅਲੱਗ ਹੀ ਨੂਰ ਸੀ। ਤੇ ਇਤਿਹਾਸ ਪੜ੍ਹਨ ਤੋਂ ਇਹ ਪਤਾ ਚੱਲਦਾ ਹੈ ਕਿ ਜੋ ਗੁਰੂ ਅਮਰਦਾਸ ਜੀ ਦੇ ਸੁਪਤਨੀ ਸਨ ਮਾਤਾ ਰਾਮ ਕੌਰ ਜੀ, ਤੇ ਇਹਨਾਂ ਨੇ ਬੀਬੀ ਭਾਨੀ ਜੀ, ਕਿਉਂਕਿ ਇਹਨਾਂ ਦੀਆਂ ਦੋ ਬੇਟੀਆਂ ਸਨ, ਬੀਬੀ ਦਾਨੀ ਤੇ ਬੀਬੀ ਭਾਨੀ। ਬੀਬੀ ਦਾਨੀ ਜੋ ਸਨ ਉਹ ਪਹਿਲਾਂ ਹੀ ਵਿਆਹੇ ਹੋਏ ਸਨ ਰਾਮਾ ਜੀ ਦੇ ਨਾਲ, ਤੇ ਬੀਬੀ ਭਾਨੀ ਜੀ ਲਈ ਵਰ ਲੱਭਣਾ ਸੀ। ਤੇ ਬੀਬੀ ਭਾਨੀ ਜੀ ਲਈ ਵਰ ਲੱਭਣ ਲਈ ਗੁਰੂ ਅਮਰਦਾਸ ਜੀ ਕੋਲ ਮਹਿਲਾ ਨੇ ਮਾਤਾ ਰਾਮ ਕੌਰ ਜੀ ਨੇ ਕਿਹਾ, ਤੇ ਉਹਨਾਂ ਨੇ ਕਿਹਾ ਕਿਸੇ ਪੰਡਤ ਨੂੰ ਕਿਹਾ ਜਾਏ ਤੇ ਬੀਬੀ ਭਾਨੀ ਲਈ ਕਿਉਂ ਨਾ ਕੋਈ ਵਰ ਲੱਭਿਆ ਜਾਏ। ਪਰ ਇੰਨੇ ਨੂੰ ਕਿਸੇ ਸਿੱਖ ਸੰਗਤ ਵਿੱਚੋਂ ਇੱਕ ਸਿੱਖ ਨੇ ਕਿਹਾ
ਕਿਉਂ ਨਾ ਜੀ ਉਹ ਬਾਹਰ ਬੈਠਿਆ ਜੋ ਰਾਮਦਾਸ ਹੈ, ਜੇਠਾ ਹੈ, ਐਸਾ ਕੋਈ ਵਰ ਹੋਵੇ। ਤੇ ਗੁਰੂ ਅਮਰਦਾਸ ਜੀ ਨੇ ਉਸ ਵੇਲੇ ਇਹ ਕਹਿ ਦਿੱਤਾ ਕਿ ਰਾਮਦਾਸ ਜੀ ਵਰਗਾ, ਜੇਠਾ ਜੀ ਵਰਗਾ ਕੋਈ ਹੋਰ ਨਹੀਂ, ਇਹਨਾਂ ਨੂੰ ਅੰਦਰ ਬੁਲਾਓ, ਅਸੀਂ ਇਹਨਾਂ ਨਾਲ ਹੀ ਇਹਨਾਂ ਦੀ ਸਗਾਈ ਕਰਕੇ ਵਿਆਹ ਦੀ ਰਸਮ ਵੀ ਅਦਾ ਕਰਦੇ ਹਾਂ। ਸੋ 1553 ਈਸਵੀ ਦੇ ਵਿੱਚ 19 ਸਾਲ ਦੀ ਲਗਭਗ ਉਮਰ ਦੇ ਵਿੱਚ ਗੁਰੂ ਰਾਮਦਾਸ ਜੀ ਦਾ ਜੋ ਹੈ ਵਿਆਹ ਜੋ ਹੈ ਬੀਬੀ ਭਾਨੀ ਜੀ ਨਾਲ ਹੋ ਜਾਂਦਾ ਹੈ। ਔਰ ਬੀਬੀ ਭਾਨੀ ਜੀ ਜੋ ਸਨ, ਇਹ ਧਾਰਮਿਕ ਬਿਰਤੀ ਦੇ ਬਚਪਨ ਤੋਂ ਗੁਰੂ ਅਮਰਦਾਸ ਜੀ ਤੋਂ ਜਿਹੜੀ ਗੁੜਤੀ ਮਿਲੀ ਹੋਈ ਸੀ, ਉਹ ਕੁੱਟ-ਕੁੱਟ ਕੇ ਭਰੀ ਹੋਈ ਸੀ, ਕਿਉਂਕਿ ਬੀਬੀ ਭਾਨੀ ਜੀ ਆਪਣੇ ਪਿਤਾ ਜੀ ਦੀ ਬਹੁਤ ਸੇਵਾ ਕਰਦੇ ਸਨ ਜੀ। ਇਹ ਹਰ ਵਕਤ ਆਪਣੇ ਪਿਤਾ ਜੀ ਦੇ ਨਾਲ ਰਹਿੰਦੇ, ਗੁਰਬਾਣੀ ਦੀ ਸੰਥਿਆ, ਕੀਰਤਨ ਸੁਣਨਾ, ਆਪਣੇ ਪਿਤਾ ਜੀ ਦੀ, ਗੁਰੂ ਪਿਤਾ ਦੀ ਸੇਵਾ ਕਰਨਾ, ਇਹ ਸਾਰੀਆਂ ਸੇਵਾਵਾਂ ਕਰਦੇ ਸਨ। ਇੱਥੋਂ ਤੱਕ ਕਿ ਆਪਣੇ ਪਿਤਾ ਜੀ ਦੀ ਇਸ਼ਨਾਨ ਦੀ ਸੇਵਾ ਵੀ ਕਰਵਾਉਂਦੇ ਸਨ, ਫਿਰ ਲੰਗਰ ਦੀ ਸੇਵਾ ਵੀ ਕਰਦੇ ਸਨ, ਤੇ ਹਰ ਵਕਤ ਸਿਮਰਨ ਤੇ ਵਾਹਿਗੁਰੂ ਭਗਤੀ ਵਿੱਚ ਜੁੜੇ ਰਹਿੰਦੇ ਸਨ। ਤੇ ਸੋ ਉਸ ਵਕਤ ਗੁਰੂ ਅਮਰਦਾਸ ਜੀ ਨੇ 1553 ਈਸਵੀ ਵਿੱਚ 19 ਸਾਲ ਦੀ ਉਮਰ ਦੇ ਵਿੱਚ ਗੁਰੂ ਰਾਮਦਾਸ ਜੀ ਦਾ ਵਿਆਹ ਕਰ ਦਿੱਤਾ। ਤੇ ਗੁਰੂ ਰਾਮਦਾਸ ਜੀ ਦੇ ਕੁੱਖ ਤੋਂ 3 ਪੁੱਤਰ ਪੈਦਾ ਹੁੰਦੇ ਹਨ, ਪ੍ਰਿਥੀ ਚੰਦ, ਮਹਾਦੇਵ ਤੇ ਅਰਜੁਨ ਦੇਵ। ਅਰਜੁਨ ਦੇਵ ਜੀ ਉਹ ਹੀ ਸਨ ਜੋ ਅੱਗੇ ਜਾ ਕੇ 5ਵੇਂ ਗੁਰੂ ਬਣਦੇ ਹਨ। ਹੁਣ ਅਸੀਂ ਇਸ ਤੋਂ ਅੱਗੇ ਜਾਣਦੇ ਹਾਂ, ਜੋ ਸਾਡਾ ਆਖਰੀ ਸਵਾਲ ਹੈ ਕਿ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ ਗੁਰਗੱਦੀ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਈ? ਕਿਉਂਕਿ ਅਸਲ ਵਿੱਚ ਜਦੋਂ ਕੋਈ ਵੱਡੀ ਦਾਤ ਲੈਣੀ ਹੁੰਦੀ ਹੈ, ਉਸ ਦੇ ਵਾਸਤੇ ਪੇਸ਼ੈਂਸ ਵੀ ਵੱਡੀ ਚਾਹੀਦੀ ਹੈ। ਜਦੋਂ ਕੋਈ ਵੱਡੀ ਪ੍ਰਾਪਤੀ ਹੋਣੀ ਹੁੰਦੀ ਹੈ ਤੇ ਉਸ ਦੇ ਵਾਸਤੇ ਘਾਲਣਾ ਕਮਾਈ ਵੀ ਬਹੁਤ ਵੱਡੀ ਹੁੰਦੀ ਹੈ। ਔਰ ਉਸ ਘਾਲਣਾ ਕਮਾਈ ਦਾ ਤੇ ਅਸੀਂ ਜ਼ਿਕਰ ਕਰ ਦਿੱਤਾ। ਹੁਣ ਗੱਲ ਹੈ ਕਿ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਸ ਸਮੇਂ ਬਹੁਤ ਬਿਰਧ ਹੋ ਚੁੱਕੇ ਸਨ, ਉਹਨਾਂ ਦੀ ਏਜ ਅਬਵ 90 ਈਅਰ ਹੋ ਚੁੱਕੀ ਸੀ, ਤੇ ਹੁਣ ਉਹਨਾਂ ਨੇ ਗੁਰਗੱਦੀ ਦੀ ਜਿਹੜੀ ਜ਼ਿੰਮੇਵਾਰੀ ਹੈ ਅੱਗੇ ਸੌਂਪਣੀ ਸੀ। ਤੇ ਉਹ ਜ਼ਿੰਮੇਵਾਰੀ ਕਿਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ ਮਿਲੀ, ਇਹ ਵਿਚਾਰਾਂ ਦੀ ਸਾਂਝੀ ਆਪ ਸੰਗਤਾਂ ਦੱਸੋ। ਬਿਲਕੁਲ ਜੀ, ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਜੋ ਗੁਰਗੱਦੀ ਮਿਲਦੀ ਹੈ ਉਹ ਸਨ 1574 ਈਸਵੀ ਵਿੱਚ ਮਿਲਦੀ ਹੈ। ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਆਪਣੇ ਪਰਿਵਾਰ ਨੂੰ, ਬਾਬਾ ਮੋਹਨ ਜੀ ਨੂੰ, ਮੋਹਰੀ ਜੀ ਨੂੰ, ਦਾਨੀ ਜੀ ਨੂੰ, ਭਾਨੀ ਜੀ ਨੂੰ ਬੁਲਾ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਸਾਹਮਣੇ ਗੁਰੂ ਰਾਮਦਾਸ ਜੀ ਦੇ ਬੁਲਵਾ ਕੇ ਉਹਨਾਂ ਨੂੰ ਇਸ਼ਨਾਨ ਕਰਵਾ ਕੇ, ਸੋਹਣੇ ਪੁਸ਼ਾਕੇ ਪਹਿਨਵਾ ਕੇ, ਜਦੋਂ ਗੁਰਗੱਦੀ ਗੁਰੂ ਰਾਮਦਾਸ ਜੀ ਨੂੰ ਸੌਂਪਦੇ ਹਨ, ਉਹਨਾਂ ਦੀ ਸੇਵਾ, ਉਹਨਾਂ ਦਾ ਸਿਮਰਨ, ਉਹਨਾਂ ਦਾ ਸਬਰ, ਉਹਨਾਂ ਦਾ ਅਤ ਦਾ ਸੰਤੋਖ ਤੇ ਦਾਨੀ ਸੁਭਾਅ ਦੇਖ ਕੇ ਜਦੋਂ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਗੁਰਗੱਦੀ ਸੌਂਪੀ, ਤੇ ਮੈਂ ਦਰਸ਼ਕਾਂ ਨੂੰ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਗੁਰੂ ਰਾਮਦਾਸ ਜੀ ਬੋਲੇ, ਉੱਠ ਕੇ ਗੁਰੂ ਅਮਰਦਾਸ ਜੀ ਦੇ ਅੱਗੇ ਮੱਥਾ ਟੇਕਦੇ ਹਨ, ਕਹਿੰਦੇ ਹਨ ਕਿ ਹੇ ਮੇਰੇ ਗੁਰੂ, ਮੈਂ ਕੱਖਾਂ ਤੋਂ ਵੀ ਹੌਲਾ ਸੀ, ਮੈਂ ਯਤੀਮ ਔਰ ਲਾਹੌਰ ਦੀਆਂ ਗਲੀਆਂ ਦੇ ਵਿੱਚ ਮੈਂ ਫਿਰਦਾ ਹੁੰਦਾ ਸੀ, ਮੈਂ ਕੀੜਿਆਂ ਵਰਗਾ ਸੀ, ਪਰ ਆਪ ਜੀ ਨੇ ਮਿਹਰ ਕੀਤੀ, ਬਖਸ਼ਿਸ਼ ਕੀਤੀ ਤੇ ਅਰਸ਼ਾਂ 'ਤੇ ਪਹੁੰਚਾਤਾ। ਆਪ ਜੀ ਨੇ ਮੈਨੂੰ ਬਾਦਸ਼ਾਹ ਬਣਾ ਦਿੱਤਾ। ਔਰ ਗੁਰੂ ਸਾਹਿਬਾਂ ਨੇ ਕਿਹਾ ਕਿ ਅਗਲੀ ਸੇਵਾ ਵੀ ਗੁਰੂ ਅਮਰਦਾਸ ਜੀ ਆਪ ਜੀ ਨੇ ਮੇਰੇ 'ਤੇ ਸਿਰ 'ਤੇ ਮੇਰ ਭਰਿਆ ਹੱਥ ਰੱਖ ਕੇ ਹੀ ਲੈਣੀ ਹੈ ਜੀ। ਫਿਰ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਗੁਰੂ ਸਾਹਿਬ ਇਹ ਕਹਿੰਦੇ ਹਨ ਕਿ ਤੁਸੀਂ ਮੈਨੂੰ ਬਾਦਸ਼ਾਹ ਬਣਾ ਦਿੱਤਾ ਹੈ। ਕਿਉਂਕਿ ਗੁਰਬਾਣੀ ਵਿੱਚ ਇਹ ਤੁਕ ਲਿਖੀ ਮਿਲਦੀ ਹੈ ਕਿ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੇ ਤਾਰਿਆ, ਸਿੱਖੀ ਅਤੇ ਸੰਗਤੀ, ਪਾਰ ਬ੍ਰਹਮ ਕਰ ਨਮਸਕਾਰਿਆ। ਕਿਉਂਕਿ ਪਾਰ ਬ੍ਰਹਮ ਦਾ ਰੂਪ ਗੁਰੂ ਰਾਮਦਾਸ ਜੀ ਦੇ ਵਿੱਚੋਂ ਝਲਕਦਾ ਸੀ ਗੁਰੂ ਅਮਰਦਾਸ ਜੀ ਨੂੰ, ਇਸ ਲਈ ਉਹਨਾਂ ਨੇ ਗੁਰਗੱਦੀ ਉਹਨਾਂ ਨੂੰ ਦਿੱਤੀ। ਅਖੀਰ 'ਤੇ ਇਹ ਗੁਰਬਾਣੀ ਦੀਆਂ ਤੁਕਾਂ 'ਚ ਇਹ ਵੀ ਮਿਲਦਾ ਹੈ ਕਿ ਗੁਰੂ ਜੀ ਨੇ ਇਹ ਲਿਖਿਆ, ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈ ਸਕਾਰਿਆ, ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਅਤੇ ਗੁਰੂ ਸਾਹਿਬਾਂ ਨੇ ਬਖਸ਼ਿਸ਼ ਦੇ ਕੇ, ਗੁਰਗੱਦੀ ਦੇ ਕੇ ਇਹ ਕਿਹਾ ਕਿ ਗੁਰੂ ਨਾਨਕ ਦੇ ਸਿਧਾਂਤਾਂ ਨੂੰ ਅੱਗੇ ਤੋਰਨਾ ਹੈ ਅਤੇ ਇਸ ਸਿੱਖੀ ਦੇ ਬੂਟੇ ਨੂੰ ਹੋਰ ਵੀ ਪੱਕਿਆਂ ਕਰਨਾ ਹੈ। ਅਤੇ ਅਖੀਰ 'ਤੇ ਮੈਂ ਇਹ ਜ਼ਰੂਰ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਬਹੁਤ ਸੇਵਾਵਾਂ ਘਾਲੀਆਂ ਗੁਰੂ ਰਾਮਦਾਸ ਜੀ ਨੇ, ਭਾਈ ਜੇਠਾ ਜੀ ਨੇ। ਲਗਭਗ 20 ਸਾਲ ਦੇ ਕਰੀਬ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਨਾਲ ਰਹਿ ਕੇ ਸੇਵਾਵਾਂ ਕੀਤੀਆਂ ਸਿੱਖ ਧਰਮ ਦੇ ਵਿੱਚ। ਔਰ ਜਦੋਂ ਗੋਇੰਦਵਾਲ ਸਾਹਿਬ ਦੇ ਵਿੱਚ ਬੌਲੀ ਬਣਾਈ ਗਈ ਅਤੇ ਗੁਰੂ ਰਾਮਦਾਸ ਜੀ ਨੇ ਸਿਰ ਦੇ ਉੱਤੇ
ਮਿੱਟੀ ਦੀਆਂ ਟੋਕਰੀਆਂ ਢੋਈਆਂ, ਗਾਰਾ ਚੂਨਾ ਜੋ ਵੀ ਉੱਥੇ ਹੁੰਦਾ ਸੀ ਉਹ ਢੋਇਆ। ਹਾਲਾਂਕਿ ਉਹ ਗੁਰੂ ਅਮਰਦਾਸ ਜੀ ਦੇ ਜਵਾਈ ਵੀ ਸਨ, ਪਰ ਆਪਣੇ ਆਪ ਨੂੰ ਇੱਕ ਆਮ ਸਿੱਖ ਸਮਝਦੇ ਸਨ। ਹੱਥੀਂ ਸੇਵਾ ਕੀਤੀ। ਔਰ ਇਤਿਹਾਸ 'ਚ ਇਹ ਵੀ ਲਿਖਣ ਨੂੰ ਪੜ੍ਹਨ ਨੂੰ ਮਿਲਦਾ ਹੈ ਕਿ ਗੁਰੂ ਸਾਹਿਬਾਂ ਨੇ 6 ਸਾਲ ਤੱਕ ਮੰਡਾਸਾ ਜਿਹੜਾ ਸੀ, ਜਿਸ 'ਤੇ ਟੋਕਰੀ ਰੱਖੀ ਦੀ ਹੈ, ਜਿਹਨੂੰ ਅਸੀਂ ਬਿੰਨੂ ਬੋਲਦੇ ਹਾਂ, ਉਹ ਬੰਨੀ ਰੱਖਿਆ ਅਤੇ ਸੇਵਾ ਕਰ ਕਰਕੇ ਗੁਰੂ ਸਾਹਿਬਾਂ ਨੇ ਗੁਰੂ ਅਮਰਦਾਸ ਜੀ ਤੋਂ ਬਖਸ਼ਿਸ਼ ਪ੍ਰਾਪਤ ਕੀਤੀ। ਔਰ ਇਹਨਾਂ 15-20 ਸਾਲਾਂ ਦੇ ਵਿੱਚ ਗੁਰੂ ਦਰਬਾਰ ਦੇ ਵਿੱਚ ਉਹਨਾਂ ਨੇ ਪੂਰਾ ਤਨ ਮਨ ਧਨ ਲਗਾ ਕੇ ਜਦੋਂ ਆਪਣੀ ਹਾਜ਼ਰੀ ਦਿੱਤੀ ਅਤੇ ਗੁਰੂ ਸਾਹਿਬਾਂ ਤੋਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਇਹ 20 ਸਾਲ ਜੋ ਸਨ, ਮੈਂ ਸੰਗਤਾਂ ਨੂੰ ਜ਼ਰੂਰ ਦੱਸਣਾ ਚਾਹਾਂਗਾ, ਸਿੱਖੀ ਦਾ ਆਸ਼ਾ ਇਹਨਾਂ 20 ਸਾਲਾਂ 'ਚ ਗੁਰੂ ਰਾਮਦਾਸ ਜੀ ਨੇ ਸਮਝਿਆ ਅਤੇ ਸਿੱਖੀ ਦੇ ਸਾਂਚੇ ਵਿੱਚ ਗੁਰੂ ਸਾਹਿਬ ਖੁਦ ਢਲ ਗਏ। ਅਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੂੰ ਜਦੋਂ ਗੁਰੂ ਗੱਦੀ ਮਿਲੀ ਅਤੇ ਗੁਰੂ ਗੱਦੀ 'ਤੇ ਗੁਰੂ ਸਾਹਿਬਾਂ ਨੇ ਬੈਠਦਿਆਂ ਐਸੇ ਪੂਰਨੇ ਪਾਏ ਜੋ ਸਾਡੇ ਸਾਰਿਆਂ ਲਈ ਪੂਜਣਯੋਗ ਹਨ। ਅਤੇ ਇਸ ਤੋਂ ਪਹਿਲਾਂ ਇੱਕ ਜ਼ਰੂਰ ਗੱਲ ਮੈਂ ਦੱਸ ਦੇਵਾਂ ਕਿ ਗੁਰੂ ਸਾਹਿਬਾਂ ਨੂੰ ਗੁਰਗੱਦੀ ਇੱਕ ਅਖੀਰਲੀ ਜੋ ਪ੍ਰੀਖਿਆ ਗੁਰੂ ਅਮਰਦਾਸ ਜੀ ਨੇ ਲਈ, ਉਹ ਇਹ ਸੀ ਕਿ ਆਪਣੇ ਦੋਨਾਂ ਜਵਾਈਆਂ ਨੂੰ ਬੁਲਾ ਕੇ ਇੱਕ ਥੜਾ ਬਣਾਉਣ ਵਾਸਤੇ ਉਹਨਾਂ ਦੀ ਸੇਵਾ ਲਗਾਈ। ਰਾਮਾ ਜੀ ਜੋ ਦਾਨੀ ਜੀ ਦੇ ਬੀਬੀ ਦਾਨੀ ਜੀ ਦੇ ਘਰ ਵਾਲੇ ਸਨ, ਬੀਬੀ ਭਾਨੀ ਜੀ ਦੇ ਘਰ ਵਾਲੇ ਰਾਮਦਾਸ ਜੀ ਜੇਠਾ ਜੀ ਸਨ, ਇਹਨਾਂ ਦੋਨਾਂ ਦੀ ਡਿਊਟੀ ਲਗਾਈ। ਔਰ ਡਿਊਟੀ ਇਹ ਸੀ ਕਿ ਇੱਕ ਥੜਾ ਬਣਾਇਆ ਜਾਏ ਅਤੇ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਉੱਤੇ ਬੈਠਣਗੇ। ਗੁਰੂ ਅਮਰਦਾਸ ਜੀ ਨੇ ਜਿਸ ਦਿਨ ਹੁਕਮ ਕੀਤਾ, ਦੋਨਾਂ ਜਵਾਈਆਂ ਨੇ ਥੜਾ ਬਣਾਉਣਾ ਸ਼ੁਰੂ ਕੀਤਾ। ਸ਼ਾਮ ਨੂੰ ਗੁਰੂ ਸਾਹਿਬ ਆਏ ਗੁਰੂ ਅਮਰਦਾਸ ਜੀ, ਰਾਮਦਾਸ ਜੀ ਦਾ ਵੀ ਥੜਾ ਦੇਖਿਆ ਕਿ ਕਿਹਾ ਕਿ ਥੜਾ ਠੀਕ ਨਹੀਂ, ਇਹਨੂੰ ਢਾਹ ਦਿਓ। ਰਾਮਾ ਜੀ ਦਾ ਵੀ ਦੇਖਿਆ, ਕਿਹਾ ਕਿ ਇਹਨੂੰ ਢਾਹ ਕੇ ਦੁਬਾਰਾ ਬਣਾ ਦਿਓ ਜੀ। ਦੂਸਰੇ ਦਿਨ ਫਿਰ ਹੁਕਮ ਹੋਇਆ ਕਿ ਥੜਾ ਬਣਾਇਆ ਜਾਏ। ਦੋਨਾਂ ਜਵਾਈ ਜੋ ਸਨ ਉਹਨਾਂ ਨੇ ਥੜਾ ਬਣਾਇਆ, ਪਰ ਸ਼ਾਮ ਨੂੰ ਗੁਰੂ ਸਾਹਿਬ ਆਏ ਔਰ ਤੁੜਵਾ ਦਿੱਤਾ। ਚੌਥੇ ਦਿਨ ਵੀ ਤੱਕ ਇਹੀ ਚੱਲਦਾ ਰਿਹਾ। ਅਖੀਰ 'ਤੇ ਜੋ ਰਾਮਾ ਸੀ ਉਸਨੇ ਤਾਂ ਇਹ ਕਹਿ ਦਿੱਤਾ, ਗੁਰੂ ਸਾਹਿਬ ਗੁਰੂ ਅਮਰਦਾਸ ਜੀ ਆਪ ਜੀ ਬਜ਼ੁਰਗ ਹੋ ਗਏ ਹੋ, ਆਪ ਜੀ ਨੂੰ ਤਾਂ ਕੁਛ ਚੇਤਾ ਨਹੀਂ ਰਹਿੰਦਾ, ਅਸੀਂ ਤਾਂ ਥੋੜ੍ਹਾ ਬਹੁਤ ਸਹੀ ਬਣਾਇਆ ਸੀ। ਪਰ ਗੁਰੂ ਰਾਮਦਾਸ ਜੀ ਨੇ ਹੱਥ ਜੋੜ ਕੇ ਕਿਹਾ ਕਿ ਮੈਂ ਭੁੱਲਣਹਾਰ ਹਾਂ ਗੁਰੂ ਜੀ, ਆਪ ਬਖਸ਼ਿਸ਼ ਕਰਕੇ ਸਮੱਤ ਬਖਸ਼ ਕੇ ਮੇਰੇ ਕੋਲ ਥੜਾ ਬਣਾਵੋ। ਅਤੇ 7 ਵਾਰ ਇਤਿਹਾਸ 'ਚ ਪੜ੍ਹਨ ਤੋਂ ਪਤਾ ਚੱਲਦਾ, 7 ਵਾਰ ਗੁਰੂ ਜੀ ਨੇ ਥੜਾ ਬਣਵਾਇਆ ਅਤੇ 7 ਵਾਰ ਤੁੜਵਾਇਆ। ਇਹ ਅਖੀਰ ਗੁਰੂ ਅਮਰਦਾਸ ਜੀ ਨੇ ਕਿਹਾ, ਜੀ ਅਸੀਂ ਤਾਂ ਆਪ ਜੀ ਦੀ ਪ੍ਰੀਖਿਆ ਲੈ ਰਹੇ ਸੀ, ਹੁਣ ਤੁਸੀਂ ਪ੍ਰੀਖਿਆਵਾਂ 'ਚੋਂ ਪਾਸ ਹੋ, ਸਿੱਖੀ ਤੁਹਾਡੇ ਅੰਦਰ ਵਸ ਗਈ ਹੈ, ਹੁਣ ਤੁਸੀਂ ਅੱਗੇ ਸਿੱਖੀ ਦੇ ਬੂਟੇ ਨੂੰ ਹੋਰ ਤਗੜਾ ਕਰਨਾ ਹੈ ਅਤੇ ਜਿੰਨਾ ਵੱਧ ਤੋਂ ਵੱਧ ਪ੍ਰਚਾਰ ਹੋ ਸਕੇ ਅਤੇ ਹੋਰ ਪ੍ਰਚਾਰ ਕਰਨਾ ਹੈ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਤੋਂ ਲੈ ਕੇ ਅੱਜ ਅਸੀਂ ਉਹਨਾਂ ਦੇ ਗੁਰਗੱਦੀ ਜੀਵਨ ਤੱਕ ਦੀ ਵਿਚਾਰ ਜਿਹੜੀ ਹੈ ਉਹ ਸਾਂਝੀ ਕੀਤੀ ਹੈ। ਇਸ ਤੋਂ ਅੱਗੇ ਗੁਰਗੱਦੀ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਦੀ ਵਿਚਾਰ ਅਸੀਂ ਅਗਲੇ ਐਪੀਸੋਡ ਦੇ ਵਿੱਚ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਔਰ ਅੱਜ ਸਿਰਫ ਇੰਨਾ ਹੀ। ਅਤੇ ਹੁਣ ਕੱਲ੍ਹ ਪੁੱਛੇ ਗਏ ਸਵਾਲ ਦਾ ਠੀਕ ਜਵਾਬ ਹੈ ਕਿ ਹਿਮਾਯੂ ਬਾਦਸ਼ਾਹ ਨੇ ਗੁਰੂ ਅੰਗਦ ਸਾਹਿਬ ਜੀ ਦੇ ਉੱਪਰ ਤਲਵਾਰ ਕੱਢੀ ਸੀ। ਇਹ ਠੀਕ ਜਵਾਬ ਸਾਨੂੰ ਸਭ ਤੋਂ ਪਹਿਲਾਂ ਭੇਜਿਆ ਸਰਦਾਰ ਕਿਰਪਾਲ ਸਿੰਘ ਜੀ ਨੇ, ਅਮਨਕਾਰ ਬਿਊਟੀ ਹਰਿਦੁਆਰ ਰੋਡ ਰਿਸ਼ੀਕੇਸ਼ ਤੋਂ। ਅਤੇ ਹੁਣ ਅੱਜ ਦਾ ਸਵਾਲ ਹੈ, ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਸੁਪਤਨੀ ਦਾ ਕੀ ਨਾਮ ਸੀ? ਇਸ ਸਵਾਲ ਦਾ ਸਭ ਤੋਂ ਪਹਿਲਾਂ ਠੀਕ ਜਵਾਬ ਭੇਜਣ ਵਾਲਾ ਦਰਸ਼ਕ ਹੋਵੇਗਾ ਇਸ ਪ੍ਰੋਗਰਾਮ ਦਾ ਵਿਜੇਤਾ। ਅਤੇ ਆਪ ਜੀ ਇਸ ਦਾ ਠੀਕ ਜਵਾਬ ਸਾਡੇ ਮੋਬਾਈਲ ਨੰਬਰ 8837790192 'ਤੇ ਭੇਜ ਸਕਦੇ ਹੋ। ਸਿੱਖ ਇਤਿਹਾਸ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਮਨੋਰਥ ਨਾਲ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਸਰਦਾਰ ਗੁਰਸ਼ਰਨ ਸਿੰਘ ਜੀ, ਲਾਈਫ ਕੋਚ ਐਂਡ ਬਿਜ਼ਨਸ ਕੰਸਲਟੈਂਟ, ਸੈਕਟਰ 79, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ, ਪੰਜਾਬ ਨੇ। ਆਪ ਜੀ ਵੀ ਸਿੱਖ ਇਤਿਹਾਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਇਸ ਪ੍ਰੋਗਰਾਮ ਦੀ ਸਪਾਂਸਰ ਸੇਵਾ ਲੈ ਸਕਦੇ ਹੋ। ਦੂਸਰਾ, ਆਪ ਜੀ ਨੇ ਇਸ ਸਾਡੇ YouTube ਚੈਨਲ ਨੂੰ, ਡੇਲੀ ਮੋਸ਼ਨ ਚੈਨਲ ਨੂੰ ਅਤੇ ਫੇਸਬੁੱਕ ਪੇਜ ਨੂੰ ਜ਼ਰੂਰ ਲਾਈਕ ਅਤੇ ਫੋਲੋ ਕਰਨਾ ਅਤੇ ਵੱਧ ਤੋਂ ਵੱਧ ਲੋਕਾਂ ਤੱਕ ਇਹ ਪ੍ਰੋਗਰਾਮ ਸ਼ੇਅਰ ਕਰਨਾ, ਤਾਂ ਕਿ ਸਾਰੇ ਹੀ ਅਸੀਂ ਸਿੱਖ ਇਤਿਹਾਸ ਤੋਂ ਜਾਣੂ ਹੋ ਸਕੀਏ। ਆਪਣੇ ਇਤਿਹਾਸ ਅਤੇ ਵਿਰਸੇ ਤੋਂ ਜਾਣੂ ਹੋਣਾ ਇਹ ਸਾਡਾ ਸਭ ਦਾ ਬਹੁਤ ਜ਼ਰੂਰੀ ਕੰਮ ਹੈ। ਅਤੇ ਵੀਰ ਜੀ, ਤੁਸੀਂ ਇਸ ਪ੍ਰੋਗਰਾਮ ਵਿੱਚ ਪਹੁੰਚ ਕੇ ਸੰਗਤਾਂ ਨਾਲ ਸਾਂਝ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।